ਅੱਜ ਦਾ जो MCQ ਪ੍ਰੈਕਟਿਸ ਸੈਸ਼ਨ ਹੈ ਉਹ ਹੈ ਸਾਡੇ ਤੀਜੇ ਟੌਪਿਕ ਤੇ। ਜਦੋਂ ਅਸੀਂ ਲਿਸਟ ਦੇਖਦੇ ਹਾਂ ਅਧਿਆਪਕ ਪਾਤਰਤਾ ਜੋ ਪ੍ਰੀਖਿਆ ਨੇ ਉਹਨਾਂ ਦੀ ਲਿਸਟ ਵਿੱਚ ਤੀਜਾ ਨੰਬਰ ਹੈ ਸੁਣਨ ਬੋਲਣ ਦੀ ਭੂਮਿਕਾ ਯਾਨੀ ਰੋਲ ਆਫ ਲਿਸਨਿੰਗ ਐਂਡ ਸਪੀਕਿੰਗ, ਭਾਸ਼ਾ ਦੇ ਕਾਰਜ ਯਾਨੀ ਫੰਕਸ਼ਨ ਆਫ ਲੈਂਗੁਏਜ ਔਰ ਬੱਚਿਆਂ ਵੱਲੋਂ ਇਸ ਦੀ ਸਾਧਨ ਰੂਪ ਵਿੱਚ ਵਰਤੋਂ ਯਾਨੀ ਹਾਊ ਚਿਲਡਰਨ ਯੂਜ਼ ਇਟ ਐਜ਼ ਅ ਟੂਲ। ਇਸ ਟੌਪਿਕ ਤੇ ਅਸੀਂ ਸੁਣਨ ਬੋਲਣ ਦੀ ਭੂਮਿਕਾ, ਭਾਸ਼ਾ ਦੇ ਕਾਰਜ, ਬੱਚੇ ਇਸ ਨੂੰ ਕਿਵੇਂ ਵਰਤਦੇ ਨੇ ਆਪਣੇ ਜੀਵਨ ਵਿੱਚ, ਇਸ ਬਾਰੇ ਅਸੀਂ MCQ ਕਰਨ ਜਾ ਰਹੇ ਹਾਂ। ਬਹੁਤ ਵਿਕਲਪੀਆਂ ਬਹੁਤ ਚੋਣਵੇਂ ਪ੍ਰਸ਼ਨ ਕਰਨ ਜਾ ਰਹੇ ਹਾਂ। ਸੈੱਟ ਪਹਿਲਾ ਹੈ ਸਾਡਾ ਔਰ ਪ੍ਰਸ਼ਨ ਪਹਿਲਾ ਹੈ ਬੱਚੇ ਦੇ ਭਾਸ਼ਾ ਗਿਆਨ ਦਾ ਆਧਾਰ ਕੀ ਹੁੰਦਾ ਹੈ। ਭਾਸ਼ਾ ਦੇ ਸ਼ਬਦ ਹੁੰਦੇ ਹੈ, ਭਾਸ਼ਾ ਦੇ ਵਾਕ ਹੁੰਦੇ ਹੈ, ਭਾਸ਼ਾ ਦੀਆਂ ਧੁਨੀਆਂ ਹੁੰਦੀਆਂ ਜਾਂ ਭਾਸ਼ਾ ਦੇ ਮੁਹਾਵਰੇ ਹੁੰਦੇ ਆ। ਇਸ ਵਿੱਚੋਂ ਤੁਹਾਨੂੰ ਜੋ ਤਿੰਨ ਉੱਤਰ ਨੇ ਨਾ ਉਹ ਜ਼ਿਆਦਾ ਠੀਕ ਲੱਗ ਸਕਦੇ ਨੇ ਵੀ ਭਾਸ਼ਾ ਦੇ ਜੋ ਸ਼ਬਦ ਨੇ ਬੱਚੇ ਦੇ ਭਾਸ਼ਾ ਗਿਆਨ ਦਾ ਆਧਾਰ ਹੁੰਦੇ ਨੇ, ਵਾਕ ਭਾਸ਼ਾ ਗਿਆਨ ਦਾ ਆਧਾਰ ਹੁੰਦੇ ਨੇ ਜਾਂ ਧੁਨੀਆਂ। ਇੱਥੇ ਅਸੀਂ ਫੋਨਿਕਸ ਦੀ ਗੱਲ ਕਰ ਰਹੇ ਹਾਂ ਕਿਉਂਕਿ ਜਦੋਂ ਅਸੀਂ ਬੱਚੇ ਨੂੰ ਮੁੱਢਲੇ ਤੌਰ 'ਤੇ ਸ਼ੁਰੂਆਤੀ ਤੌਰ 'ਤੇ ਪੰਜਾਬੀ ਦਾ ਗਿਆਨ ਦਿੰਦੇ ਹਾਂ, ਉਸ ਨੂੰ ਧੁਨੀਆਂ ਦੇ ਉਚਾਰਨ 'ਤੇ ਬਲ ਦਿੰਦੇ ਹਾਂ। ਇੱਥੇ ਫੋਨਿਕਸ ਦੀ ਗੱਲ ਆਉਂਦੀ। ਅੱਜ ਕੱਲ੍ਹ ਧੁਨੀਆਂ ਨੂੰ ਭਾਸ਼ਾ ਗਿਆਨ ਦਾ ਆਧਾਰ ਯਾਨੀ ਬੇਸ ਕਿਹਾ ਜਾਂਦਾ ਹੈ। ਪਹਿਲੇ ਪੜ੍ਹਾਉਂਦੇ ਤਾਂ ਇਸ ਤਰ੍ਹਾਂ ਹੀ ਸੀ, ਪਰੰਤੂ ਇਹ ਨਹੀਂ ਪਤਾ ਸੀ ਇਹਨੂੰ ਧੁਨੀ ਸ਼ਾਸਤਰ ਕਹਿੰਦੇ ਨੇ। ਪਰੰਤੂ ਉਸ ਨੂੰ ਊੜਾ ਐੜਾ ਸਿਖਾ ਕੇ ਔਰ ਬੱਚਿਆਂ ਨੂੰ ਉਸਦੀ ਵਰਤੋਂ ਦੀ ਪ੍ਰੈਕਟਿਸ ਕਰਾਈ ਜਾਂਦੀ ਸੀ। ਅਤੇ ਬੱਚੇ ਦੇ ਭਾਸ਼ਾ ਗਿਆਨ ਦਾ ਆਧਾਰ ਜੋ ਹੈ ਉਹ ਧੁਨੀਆਂ ਨੇ, ਧੁਨੀਆਂ। ਦੂਸਰਾ ਪ੍ਰਸ਼ਨ ਹੈ ਭਾਸ਼ਾ ਸੁਣਨ ਸਮਝਣ ਦੇ ਕਾਰਜ ਬੱਚਾ ਕਿਸ ਤਰ੍ਹਾਂ ਕਰਦਾ ਹੈ। ਵੀ ਭਾਸ਼ਾ ਸੁਣਦਾ ਸਮਝਦਾ ਵੱਖ-ਵੱਖ ਤੌਰ 'ਤੇ ਕਰਦਾ ਹੈ ਜਾਂ ਸੁਣਨ ਤੋਂ ਪਹਿਲੇ ਸਮਝਦਾ ਹੈ, ਸੁਣਨਾ ਪਹਿਲੇ ਸਮਝਣਾ ਪਿੱਛੋਂ, ਜਾਂ ਇੱਕੋ ਸਮੇਂ ਨਾਲ ਕਰਦਾ ਹੈ, ਜਾਂ ਸਮਝਣ ਪਹਿਲੋਂ ਤੇ ਸੁਣਨ ਪਿੱਛੋਂ ਕਰਦਾ ਹੈ। ਕਨਫਿਊਜ਼ਨ ਹੈ। ਅਤੇ ਭਾਸ਼ਾ ਸੁਣਨਾ ਔਰ ਸਮਝਣਾ, ਜਿੱਦਾਂ ਮੈਂ ਗੱਲਾਂ ਕਰ ਰਿਹਾ ਤੁਸੀਂ ਉਹਨੂੰ ਸੁਣ ਰਹੇ ਹੋ, ਨਾਲ ਉਸ ਨੂੰ ਇਵੈਲੂਏਟ, ਉਸ ਨੂੰ ਤੁਸੀਂ ਸਿੰਕਰੋਨਾਈਜ਼ ਇਵੈਲੂਏਟ ਕਰ ਰਹੇ ਹੋ, ਉਸਦਾ ਅਰਥ ਸਮਝ ਰਹੇ ਹੋ। ਅਤੇ ਬੱਚਾ ਵੀ ਇਸ ਤਰ੍ਹਾਂ ਕਰਦਾ, ਜਿੱਦਾਂ ਸੁਣਦਾ ਨਾਲ ਉਸਦਾ ਜਿਹੜਾ ਉਹ ਉਸਦਾ ਐਨਾਲਾਈਜ਼ ਕਰਦਾ ਜਾਂਦਾ, ਯਾਨੀ ਸਮਝਣਾ, ਸੁਣਨਾ ਅਤੇ ਸਮਝਣਾ ਨਾਲੋਂ ਨਾਲ ਕਾਰਜ ਕਰਦਾ ਹੈ। ਹੁਣ ਤੀਸਰਾ ਪ੍ਰਸ਼ਨ ਸਾਡਾ ਆਉਂਦਾ ਹੈ ਬੱਚੇ ਦਾ ਭਾਸ਼ਾ ਗਿਆਨ ਕਿੱਦਾਂ ਆਰੰਭ ਹੁੰਦਾ ਹੈ। ਕੀ ਉਹ ਇੱਕ ਸ਼ਬਦ ਤੋਂ ਸ਼ੁਰੂ ਹੁੰਦਾ ਹੈ, ਕਿ ਉਹ ਇੱਕ ਵਾਕ ਤੋਂ ਸ਼ੁਰੂ ਹੁੰਦਾ। ਬੱਚਾ ਸ਼ੁਰੂ 'ਚ ਇੱਕ ਵਾਕ ਬੋਲ ਕੇ ਆਪਣੀ ਭਾਸ਼ਾ ਦਾ ਆਗਾਜ਼ ਕਰਦਾ ਹੈ, ਜਾਂ ਬੱਚਾ ਕਹਾਣੀ ਤੋਂ ਆਪਣੀ ਭਾਸ਼ਾ ਦਾ ਆਗਾਜ਼ ਯਾਨੀ ਆਰੰਭ ਕਰਦਾ ਹੈ, ਜਾਂ ਉਹ ਕਵਿਤਾ ਤੋਂ ਆਰੰਭ ਕਰਦਾ ਹੈ। ਸਾਨੂੰ ਪਤਾ ਹੋਣਾ ਚਾਹੀਦਾ ਜਦੋਂ ਬੱਚਾ ਭਾਸ਼ਾ ਬੋਲਣਾ ਸ਼ੁਰੂ ਕਰਦਾ ਹੈ ਅਤੇ ਉਹ ਮਾਂ, ਪਾ, ਇਸ ਤਰ੍ਹਾਂ ਇੱਕ ਸ਼ਬਦ ਤੋਂ ਜਿਹੜਾ ਬੋਲਣਾ ਸ਼ੁਰੂ ਕਰਦਾ ਹੈ। ਅਤੇ ਬੱਚੇ ਦੀ ਭਾਸ਼ਾ ਦਾ ਗਿਆਨ ਦਾ ਜੋ ਆਰੰਭ ਹੈ ਉਹ ਇੱਕ ਸ਼ਬਦ ਤੋਂ ਸ਼ੁਰੂ ਹੁੰਦਾ ਹੈ। ਚੌਥਾ ਪ੍ਰਸ਼ਨ ਹੈ ਭਾਸ਼ਾ ਸਿੱਖਿਆ ਦਾ ਬਹੁਤਾ ਕਾਰਜ ਕਿੱਦਾਂ ਹੁੰਦਾ ਹੈ। ਕਿ ਉਹ ਲਿਖਤ ਔਰ ਕੌਸ਼ਲ ਨਾਲ ਹੁੰਦਾ ਹੈ, ਕਿ ਉਹ ਪੜ੍ਹਨ ਕੌਸ਼ਲ ਦੇ ਨਾਲ ਹੁੰਦਾ ਹੈ, ਜਾਂ ਭਾਸ਼ਾ ਦਾ ਜ਼ਿਆਦਾ ਕਾਰਜ ਮੌਖਿਕ ਹੁੰਦਾ ਹੈ, ਜਾਂ ਭਾਸ਼ਾ ਸੁਣਨ ਅਤੇ ਸਮਝਣ ਕੌਸ਼ਲ ਨਾਲ ਜਿਹੜੀ ਹੈ ਉਹ ਜ਼ਿਆਦਾ ਕਾਰਜ ਹੁੰਦਾ ਹੈ। ਸਾਨੂੰ ਪਤਾ ਹੈ ਵੀ ਜਮਾਤ ਵਿੱਚ ਵੀ, ਸਮਾਜ ਵਿੱਚ ਵੀ, ਪਰਿਵਾਰ ਵਿੱਚ ਵੀ, ਯਾਨੀ ਹਰ ਖੇਤਰ ਵਿੱਚ ਜੋ ਭਾਸ਼ਾ ਦਾ ਕਾਰਜ ਹੈ ਨਾ ਉਹ ਮੈਕਸੀਮਮ ਯਾਨੀ 90% 90% ਤੋਂ ਵੀ ਜ਼ਿਆਦਾ ਉਹ ਮੌਖਿਕ ਹੋ ਸਕਦਾ ਹੈ। ਪੰਜਵਾਂ ਹੈ ਜਦੋਂ ਅਸੀਂ ਵਿਦਿਆਰਥੀਆਂ ਨੂੰ ਭਾਸ਼ਣਾਂ ਵਿੱਚ, ਸੰਮੇਲਨਾਂ ਵਿੱਚ, ਵਿਚਾਰ ਗੋਸ਼ਟੀਆਂ ਔਰ ਸੈਮੀਨਾਰਾਂ ਵਿੱਚ ਲੈ ਕੇ ਜਾਂਦੇ ਹਾਂ ਅਤੇ ਉਹ ਜਿਹੜੇ ਵਿਦਿਆਰਥੀ ਜਾਂ ਜੋ ਵਿਅਕਤੀ ਨੇ ਉਹ ਲਾਭ ਉਠਾਉਣ ਲਈ ਉਹਨੂੰ ਲਿਖਣ ਕੌਸ਼ਲ ਵਿੱਚ ਐਕਸਪਰਟ ਮਾਹਿਰ ਹੋਣਾ ਚਾਹੀਦਾ ਹੈ, ਜਾਂ ਮੌਖਿਕ ਕੌਸ਼ਲ ਵਿੱਚ ਮਾਹਿਰ ਹੋਣਾ ਚਾਹੀਦਾ ਹੈ, ਜਾਂ ਫਿਰ ਉਹ ਸੁਣਨ ਅਤੇ ਸਮਝਣ ਦੇ ਕੌਸ਼ਲ ਵਿੱਚ ਮਾਹਿਰ ਹੋਵੇ, ਜਾਂ ਭਾਸ਼ਾ ਦੇ ਚਾਰੋਂ ਕੌਸ਼ਲਾਂ ਵਿੱਚ ਮਾਹਿਰ ਹੋਵੇ। ਚਾਰੋਂ ਕੌਸ਼ਲ ਸੁਣਨਾ, ਬੋਲਣਾ ਔਰ ਪੜ੍ਹਨਾ ਔਰ ਲਿਖਣਾ। ਸਾਨੂੰ ਪਤਾ ਹੈ ਵੀ ਜਦੋਂ ਅਸੀਂ ਵਿਚਾਰ ਗੋਸ਼ਟੀਆਂ ਵੀ ਜਾਂਦੇ ਹਾਂ, ਭਾਸ਼ਣਾਂ ਸੰਮੇਲਨਾਂ ਵਿੱਚ ਜਾਂਦੇ ਹਾਂ, ਸੈਮੀਨਾਰ 'ਤੇ ਜਾਂਦੇ ਹਾਂ, ਜਦੋਂ ਕੋਈ ਵਕਤਾ ਬੋਲਦਾ ਅਸੀਂ ਨਾਲ ਸੁਣੀ ਜਾਂਦੇ, ਨਾਲ ਉਸ ਨੂੰ ਸਮਝੀ ਜਾਣਾ, ਅਤੇ ਸੁਣਨਾ ਅਤੇ ਸਮਝਣਾ ਨਾਲੋਂ ਨਾਲ ਕੌਸ਼ਲ ਚੱਲਦੇ ਨੇ। ਛੇਵਾਂ ਪ੍ਰਸ਼ਨ ਹੈ ਸਾਡਾ ਭਾਸ਼ਾ ਦੇ ਸੁਣਨ ਕੌਸ਼ਲ ਤੋਂ ਕੀ ਭਾਵ ਹੈ। ਭਾਸ਼ਾ ਨੂੰ ਸੁਣਨਾ, ਭਾਸ਼ਾ ਨੂੰ ਸਮਝਣਾ, ਧੁਨੀਆਂ ਸੁਣ ਕੇ ਅਰਥ ਗ੍ਰਹਿਣ ਕਰਨੇ ਜਾਂ ਸਿਰਫ ਅਰਥ ਗ੍ਰਹਿਣ ਕਰਨੇ। ਸਾਨੂੰ ਪਤਾ ਹੈ ਜਦੋਂ ਬੱਚਾ ਸੁਣਦਾ ਹੈ ਤਾਂ ਸੁਣਨ ਕੌਸ਼ਲ ਦਾ ਮਤਲਬ ਹੈ ਵੀ ਉਹ ਬੱਚਾ ਸੁਣ ਕੇ ਉਹਦੇ ਮੀਨਿੰਗ ਗ੍ਰਹਿਣ ਕਰੀ ਜਾਂਦਾ ਹੈ, ਯਾਨੀ ਸੁਣਨਾ ਔਰ ਸਮਝਣਾ ਨਾਲੋਂ ਨਾਲ ਚੱਲਦੇ ਨੇ, ਅਤੇ ਧੁਨੀਆਂ ਸੁਣ ਕੇ ਉਹਦੇ ਨਾਲ ਅਰਥ ਗ੍ਰਹਿਣ ਕਰਦਾ ਹੈ। ਸੱਤਵਾਂ ਪ੍ਰਸ਼ਨ ਹੈ ਵਿਚਾਰਾਂ ਦਾ ਜੋ ਆਦਾਨ ਪ੍ਰਦਾਨ ਹੈ ਭਾਸ਼ਾ ਦੇ ਕਿਸ ਕੌਸ਼ਲ ਦੁਆਰਾ ਵਧੀਆ ਹੁੰਦਾ ਹੈ। ਵਿਚਾਰਾਂ ਦਾ ਜੋ ਲੈਣ ਦੇਣ ਹੈ, ਵਟਾਂਦਰਾ ਹੈ, ਉਹ ਸੁਣਨ ਸਮਝਣ ਨਾਲ, ਕੀ ਉਹ ਲਿਖਣ ਨਾਲ ਜ਼ਿਆਦਾ ਅੱਛਾ ਵਟਾਂਦਰਾ ਹੁੰਦਾ ਹੈ, ਐਕਸਚੇਂਜ ਹੁੰਦਾ ਹੈ, ਐਕਸਚੇਂਜ ਆਫ ਥਾਟ ਹੁੰਦਾ ਹੈ, ਜਾਂ ਵਾਚੀ ਯਾਨੀ ਪੜ੍ਹਨ ਨਾਲ ਹੁੰਦਾ ਹੈ। ਸਾਨੂੰ ਪਤਾ ਹੈ ਵੀ ਬੋਲਣ ਨਾਲ ਮੈਕਸੀਮਮ ਜੋ ਵਿਚਾਰਾਂ ਦਾ ਵਟਾਂਦਰਾ ਹੁੰਦਾ ਹੈ, ਆਦਾਨ ਪ੍ਰਦਾਨ ਹੁੰਦਾ ਹੈ, ਉਹ ਬੋਲਣ ਨਾਲ ਵਧੇਰੇ ਹੁੰਦਾ ਹੈ। ਅੱਠਵਾਂ ਪ੍ਰਸ਼ਨ ਹੈ ਬੱਚਾ ਭਾਸ਼ਾ ਨੂੰ ਇੱਕ ਸਾਧਨ ਵਾਂਗ
किस कारज लई, एक टूल वांग किस कारज लई वरतदा है। सानूं पता है भी सारे भावें बच्चे ने भावें वड्डे ने वो स्वै प्रगटावे लई भाषा का इस्तेमाल करते हैं, यानी अपने ख्यालों नूं अपने भावां नूं दूजियां ते प्रगटाउण लई अपनी भाषा का जिहड़ा वो उहनूं वरतदे ने, बोलण लई नहीं या सिर्फ लिखण लई नहीं या सिर्फ बुद्धिमान बनण लई नहीं, सगों स्वै प्रगटावा अपने भावां दा अपने बोलों का प्रगटावा करने के लिए। नौवां प्रश्न है, बच्चे के जीवन के बहुते काम, बच्चे के जीवन के मैक्सीमम जो काम ने भाषा के किस कौशल नाल संपूर्ण होंदे ने। कि बच्चा लिख के अपने जिंदगी के काम पूरे करता है, या बच्चा वाचन यानी पढ़ के पढ़न नाल अपने काम पूरे करता है, या बच्चा सुनन या समझण नाल अपने काम पूरे करता है, या फिर बच्चा मौखिक तौर पर अपनी जिंदगी के बहुते काम करता है। सानूं पता है जिंदगी के 90% तो वाधू जो कारज ने भाषा के मौखिक आदान प्रदान नाल हो जाते हैं। साडा 10वां प्रश्न है, भाषा का जो असली रूप है वो की है। कि भाषा समाज विच मुख्य तौर पर लिख के बयान की जाती है आदान प्रदान, या पढ़ के विचारों का आदान प्रदान होता है, या फिर मौखिक यानी औरल तौर पर जबानी धुनियां के आदान प्रदान द्वारा जो मौखिक तौर पर भाषा का असली ज्ञान होता है। तो ऐसे लिखांगे जो भाषा का असली रूप है ना वो दरअसल मौखिक रूप ही है, बाकी उसके आले दुआले कारज करते हैं, उस भाषा को रिच करते हैं, उसको अमीर बनाते हैं। 11वां प्रश्न है, भाषा का असल रूप की किस विच निहित है, किस विच इनवॉल्व है, किस विच शामिल है। निहित का मतलब है शामिल होना। कि वो भाषा का रूप धुनिया विच शामिल है, कि वो लिपि यानी स्क्रिप्ट विच शामिल है, कि वो मुहावरे ईडियम विच शामिल है, या अखौतां या जड़ियाँ वो कहावतां विच शामिल है। सानूं पता है जो भाषा का जो मूल रूप है, जो असल रूप है, जो बेसिक रूप है वो भाषा दीयां धुनियां विच आ। बच्चा भाषा दीयां धुनियां तो ही अपने शब्दों का भंडार बना के अपने विचारों का आदान प्रदान करता है। 12वां प्रश्न है, जेकर सिक्ख्या तो भाव जीवन की तैयारी है, यानी सिक्ख्या कद लई लैंदे आ अपने अगले जीवन की तैयारी लई, ताकि असीं अपने अगले जीवन की तैयारी खेडां द्वारा करते हैं, ਜਾਂ अपने जीवन की जो तैयारी है वो भाषा द्वारा करते हैं, ਜਾਂ किताबां पढ़ के जीवन की तैयारी करते हैं, या लाइब्रेरी तो जीवन की तैयारी करते हैं। सानूं पता है अपने जीवन की तैयारी असीं ना सब तो वड्डा साधन है भाषा। भाषा राहीं जो साडा सारा जीवन है बचपन तो लैके अखीर तक भाषा के आसरे चलता है। जे समाज में भाषा नहीं होएगी ना तो पूरा समाज नीरस हो जाएगा। 13वां प्रश्न है, भाषा के मौखिक ज्ञान यानी जबानी ज्ञान तो बिना अगर बंदे नूं भाषा का मौखिक ज्ञान नहीं है, यानी जबानी ज्ञान नहीं है, उसनूं बेसिक ज्ञान नहीं है, तो उस तो बिना व्यक्ति नूं की कहा जाएगा। कि वो बुद्धिमान कहा जाएगा जिसनों मौखिक ज्ञान नहीं है, या चलाक कहा जाएगा, या महामानव कहा जाएगा, या फिर गूंगा या जांगली कहा जाएगा। तो मौखिक ज्ञान तो बिना जिस बंदे नूं बोलना ही नहीं आता, इसका मतलब जां तो गूंगा है या फिर जांगली है, जिसनों कि सभ्य समाज की भाषा का ज्ञान नहीं है। 14वां प्रश्न है साडा, भाषा का समाज प्रति सब तो वड्डा कारज की है, सब तो वड्डा उसका फर्ज की है जो भाषा नाल समाज तरक्की करता है। यह भी बहुत सॉलिड पॉइंट है। यह समाज के ज्ञान एक दूजे नाल जोड़ता है, यह भी ठीक है। यह व्यक्तियों एक दूजे नाल जोड़ता है, यह भी बड़ा सॉलिड पॉइंट है। यह समाज एक सुरता लियाता है, भाषा बहुत सॉलिड पॉइंट है। पर इत्थे तुसी रीजनिंग करनी है भी भाषा का समाज प्रति सब तो वड्डा की कारज है। असी क्योंकि चारों पॉइंट सॉलिड ने, असी सब तो चंगा ढुकवां जो इस विचों चुनांगे ऑप्शन ए समाज के ज्ञान नूं एक दूजे नाल जोड़ती है। ए समाज के ज्ञान राही एक दूजे नाल जोड़ती है भाषा, यानी ज्ञान का आदान प्रदान करती है। बाकी भी सारे उहदे विच ही आ जाते हैं। 15वां है भाषा। ए फिर ए कोटेशन होगी, कथन हो गया। भाषा एक उपकरण डिवाइस है, एक साधन है, डिवाइस है आनंद प्रसन्नता और ज्ञान का। भाषा आनंद प्रसन्नता और ज्ञान का एक टूल है, एक डिवाइस है। यह निर्देशक है, यानी रुचियां ते भावनाओं का निर्देशन करती है, डायरैक्ट करती है। यह किसने कहा? महात्मा गांधी ने, नेहरू ने कहा, या रूसो ने कहा, या फिर रायबर्न ने कहा। सानूं पता होना चाहिए भी रायबर्न ने टूल डिवाइस वाला आनंद और प्रसन्नता वाला कहा, रायबर्न ने क्या सी लेखक नाल जोड़ के सारे कथनां नूं याद करना है। 16वां प्रश्न है साडा, राष्ट्र भाषा के रूप में भाषा का सब तो वड्डा कारज, जिद्दां हिंदुस्तान की जो राष्ट्र भाषा है उसनों हिंदी के तौर पर संविधान में कॉन्स्टिट्यूशन में लिखा गया है कि हिंदी या राष्ट्र भाषा राष्ट्र की तरक्की करती है,
ਲੋਕਾਂ ਨੂੰ ਸਿੱਖਿਅਤ ਬਣਾਉਂਦੀ ਹੈ, ਸਿੱਖਿਅਕ ਬਣਾਉਂਦੀ ਹੈ, ਜਾਂ ਰਾਸ਼ਟਰੀ ਏਕਤਾ ਉਤਪੰਨ ਕਰਦੀ ਹੈ, ਹਿੰਦੀ ਭਾਸ਼ਾ ਰਾਸ਼ਟਰ ਭਾਸ਼ਾ, ਜਾਂ ਫਿਰ ਸਾਰੇ ਧਰਮਾਂ ਵਿੱਚ ਏਕਤਾ ਲੈਂਦੀ ਹੈ। ਇਸੇ ਧਰਮਾਂ ਦੀ ਗੱਲ ਨਹੀਂ ਹੈ ਇੱਥੇ, ਰਾਸ਼ਟਰੀ ਏਕਤਾ ਉਤਪੰਨ ਕਰਦੀ ਹੈ। ਇਹਦਾ ਮਤਲਬ ਵੀ ਉਹ ਲਿੰਕ ਲੈਂਗੁਏਜ ਹੈ ਪੂਰੇ ਭਾਰਤ, ਜਿੱਥੇ ਕਿ ਅਲੱਗ-ਅਲੱਗ ਭਾਸ਼ਾ ਉਪਭਾਸ਼ਾਵਾਂ ਬੋਲੀਆਂ ਜਾਂਦੇ ਨੇ। ਹਿੰਦੀ ਇੱਕ ਕੇਂਦਰੀ ਭਾਸ਼ਾ, ਇੱਕ ਲਿੰਕ ਭਾਸ਼ਾ ਦੇ ਤੌਰ ਤੇ, ਇਹਦਾ ਅੰਤਰਰਾਸ਼ਟਰੀ ਤੌਰ ਤੇ, ਇੰਟਰਨੈਸ਼ਨਲ ਤੌਰ ਤੇ ਅੰਗਰੇਜ਼ੀ ਇੱਕ ਲਿੰਕ ਭਾਸ਼ਾ, ਇੱਕ ਅੰਤਰਰਾਸ਼ਟਰੀ ਏਕਤਾ ਉਤਪੰਨ ਕਰਨ ਵਾਲਾ ਸਾਧਨ ਹੈ। ਇਸ ਤਰ੍ਹਾਂ ਹਿੰਦੁਸਤਾਨ ਦੀ ਜੋ ਰਾਸ਼ਟਰ ਭਾਸ਼ਾ ਹਿੰਦੀ ਹੈ ਉਹ ਭਾਰਤ ਵਿੱਚ ਰਾਸ਼ਟਰੀ ਏਕਤਾ ਉਤਪੰਨ ਕਰਨ ਦਾ ਸਭ ਤੋਂ ਵੱਡਾ ਕਾਰਜ ਨਿਭਾਉਂਦੀ ਹੈ। ਸਿੱਖਿਆ ਦਾ ਸਭ ਤੋਂ ਸਰਵੋਤਮ ਯਾਨੀ ਸਭ ਤੋਂ ਉੱਤਮ ਸਾਧਨ ਕੀ ਹੈ? ਕਿ ਸਿੱਖਿਆ ਲਿਪੀ ਰਾਹੀਂ ਸਭ ਤੋਂ ਜ਼ਿਆਦਾ ਦਿੱਤੀ ਜਾਂਦੀ ਹੈ, ਕਿ ਸਿੱਖਿਆ ਰੇਡੀਓ ਰਾਹੀਂ ਸਭ ਤੋਂ ਜ਼ਿਆਦਾ ਦਿੱਤੀ ਜਾਂਦੀ ਹੈ, ਜਾਂ ਸਿੱਖਿਆ ਟੈਲੀਵਿਜ਼ਨ ਰਾਹੀਂ ਸਭ ਤੋਂ ਜ਼ਿਆਦਾ ਦਿੱਤੀ ਜਾਂਦੀ ਹੈ? ਇਹ 'ਚ ਸਭ ਤੋਂ ਚੰਗਾ ਸਿਆਣਾ ਜੋ ਆਪਸ਼ਨ ਹੈ ਉਹ ਹੈ ਭਾਸ਼ਾ। ਸਿੱਖਿਆ ਦਾ ਸਰਵੋਤਮ ਸਾਧਨ, ਸਰਵੋਤਮ ਮੀਡੀਅਮ ਹੈ ਭਾਸ਼ਾ। 18ਵਾਂ ਪ੍ਰਸ਼ਨ ਹੈ ਸਾਡਾ, ਸੁਣਨ ਕੌਸ਼ਲ ਯਾਨੀ ਲਿਸਨਿੰਗ ਸਕਿੱਲ। ਲਿਸਨਿੰਗ ਸਕਿੱਲ ਦੇ ਵਿਕਾਸ ਵਿੱਚ ਕੀ ਸ਼ਾਮਲ ਨਹੀਂ ਹੈ? ਜਦੋਂ ਨਹੀਂ ਵਾਲਾ ਪ੍ਰਸ਼ਨ ਆ ਜਾਏ ਫਿਰ ਧਿਆਨ ਨਾਲ ਸੁਣੇ, ਕਿਉਂਕਿ ਜ਼ਿਆਦਾਤਰ ਬੱਚੇ ਨਹੀਂ ਨੂੰ ਧਿਆਨ ਨਹੀਂ ਕਰਦੇ ਔਰ ਗਲਤ ਆਪਸ਼ਨ ਚੁਣ ਬੈਠਦੇ ਨੇ। ਇਸ ਕਰਕੇ ਜਦੋਂ ਨਹੀਂ ਵਾਲਾ ਹੋਵੇ ਜਾਂ ਆਪਸ਼ਨਾਂ 'ਚ ਹੋਵੇ ਇਹਨਾਂ ਵਿੱਚੋਂ ਕੋਈ ਨਹੀਂ ਜਾਂ ਇਹਨਾਂ ਵਿੱਚੋਂ ਪਹਿਲਾ ਦੂਜਾ, ਉਹਨਾਂ ਵਿੱਚ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਇੱਥੇ ਲਿਖਾਂਗੇ ਵੀ ਸੁਣਨ ਕੌਸ਼ਲ ਦੇ ਵਿਕਾਸ ਵਿੱਚ ਕੀ ਸ਼ਾਮਲ ਨਹੀਂ ਹੈ? ਸੁਣਨ ਕੌਸ਼ਲ, ਭਾਸ਼ਣ ਸੁਣਿਆ ਜਾਂਦਾ ਹੈ, ਬੋਲ ਲਿਖਤ ਡਿਕਟੇਸ਼ਨ ਸੁਣ ਕੇ ਕੀਤੀ ਜਾਂਦੀ ਹੈ, ਆਪਸੀ ਗੱਲਬਾਤ ਸੁਣ ਕੇ ਕੀਤੀ ਜਾਂਦੀ ਹੈ, ਪਰ ਸੁੰਦਰ ਲਿਖਾਈ ਜਿਹੜੀ ਹੈ ਨਾ ਇਹ ਸੁਣਨ ਕੌਸ਼ਲ ਵਿੱਚ ਸ਼ਾਮਲ ਨਹੀਂ। 19ਵਾਂ ਪ੍ਰਸ਼ਨ ਹੈ, ਇਹਨਾਂ ਵਿੱਚੋਂ ਕਿਹੜਾ ਮੌਖਿਕ ਪ੍ਰਗਟਾਅ ਦਾ ਯਾਨੀ ਔਰਲ ਐਕਸਪ੍ਰੈਸ਼ਨ ਦਾ ਉਦੇਸ਼ ਹੋ ਸਕਦਾ ਹੈ, ਜੋ ਉਸ ਦਾ ਏਮ ਹੋ ਸਕਦਾ ਹੈ? ਵੀ ਜੋ ਮੌਖਿਕ ਪ੍ਰਗਟਾਵਾ ਹੈ ਉਹ ਵਿਦਿਆਰਥੀਆਂ ਦੀ ਅੰਦਰਲੀ ਹੀਨ ਭਾਵਨਾ ਨੂੰ ਦੂਰ ਕਰਦਾ ਹੈ। ਕਲਾਸ ਵਿੱਚ ਕਈ ਬੱਚੇ ਬੜੇ ਡਿਪਰੈਸ ਹੁੰਦੇ, ਬੜੇ ਉਦਾਸ ਹੁੰਦੇ, ਬੜੇ ਇਕੱਲੇ ਹੁੰਦੇ ਹੈ। ਜਦੋਂ ਉਹਨਾਂ ਨੂੰ ਬਾਕੀ ਬੱਚਿਆਂ ਨਾਲ ਗੱਲਬਾਤ ਕਰਨ ਲਈ ਪ੍ਰੇਰਿਤ ਕੀਤਾ ਜਾਏ, ਉਹਨਾਂ ਦੇ ਅੰਦਰ ਹੀ ਹੀਨ ਭਾਵਨਾ ਜਿਹੜੀ ਹੈ ਆਪਣੇ ਰੰਗ ਕਰਕੇ, ਆਪਣੇ ਪਰਿਵਾਰਿਕ ਮਾਹੌਲ ਕਰਕੇ, ਆਪਣੀ ਗਰੀਬੀ ਕਰਕੇ, ਉਹ ਜੋ ਹੀਨ ਭਾਵਨਾ ਹੈ ਉਹ ਦੂਰ ਹੋਣੀ ਸ਼ੁਰੂ ਹੋ ਜਾਂਦੀ ਹੈ। ਔਰ ਕਈ ਵਾਰ ਇੱਦਾਂ ਦੇ ਬੱਚੇ ਬਹੁਤ ਜ਼ਿਆਦਾ ਪ੍ਰਖਰ ਹੋ ਜਾਂਦੇ ਆ, ਬਹੁਤ ਜ਼ਿਆਦਾ ਐਡਵਾਂਸ ਹੋ ਜਾਂਦੇ ਹੈ। ਦੂਸਰਾ ਹੈ ਵਿਦਿਆਰਥੀਆਂ ਵਿੱਚ ਪ੍ਰਭਾਵਸ਼ਾਲੀ ਬੋਲਚਾਲ ਦਾ ਕੌਸ਼ਲ ਪੈਦਾ ਕਰਨਾ, ਇਹ ਬੱਚੇ ਸਕਿੱਲਫੁਲ ਬੋਲ ਸਕਦੇ ਹੋਣ। ਸਵੈ ਪ੍ਰਗਟਾਵੇ ਦੀ ਯੋਗਤਾ ਪੈਦਾ ਕਰਨਾ, ਮੌਖਿਕ ਪ੍ਰਗਟਾਵਾ, ਇਹਦਾ ਐਸਾ ਹੀ ਹੈ ਵੀ ਉਪਰੋਕਤ ਸਾਰੇ। ਜਦੋਂ ਉਪਰੋਕਤ ਸਾਰੇ ਤੁਸੀਂ ਧਿਆਨ ਨਾਲ ਕਰਨਾ ਹੈ। 20ਵੇਂ ਪ੍ਰਸ਼ਨ ਵਿੱਚ ਸਾਡੇ ਕੋਲ ਕੁਐਸਚਨ ਵਿੱਚ 3 ਹਿੱਸੇ ਨੇ ਵੀ ਜੋ ਸ਼ਬਦ ਨਿਰਮਾਣ ਖੇਡਾਂ ਨੇ। ਸ਼ਬਦ ਨਿਰਮਾਣ ਖੇਡਾਂ ਜਿਸ ਨੂੰ ਅਸੀਂ ਸਕ੍ਰੈਬਲਿੰਗ ਵਗੈਰਾ ਵੀ ਕਹਿੰਦੇ ਆ, ਵੀ ਬੱਚੇ ਅੱਖਰ ਨੂੰ ਚੁਣ ਕੇ ਉਸ ਨੂੰ ਲਗਾ ਕੇ ਨਵੇਂ ਸ਼ਬਦਾਂ ਦਾ ਨਿਰਮਾਣ ਕਰਦੇ ਨੇ, ਜਾਂ ਫਿਰ ਬੱਚੇ ਕਿਸੇ ਸ਼ਬਦ ਨੂੰ ਵਾਕਾਂ ਵਿੱਚ ਪ੍ਰਯੋਗ ਕਰਦੇ ਨੇ, ਜਾਂ ਕਿਸੇ ਸ਼ਬਦ ਨੂੰ ਉਹਦਾ ਦੂਜਾ ਰੂਪ, ਪੁੱਠਾ ਰੂਪ ਬਣਾ ਦਿੰਦੇ ਨੇ। ਇਸ ਦੇ ਆਧਾਰ ਤੇ ਸ਼ਬਦ ਨਿਰਮਾਣ ਖੇਡਾਂ ਜਿਹੜੀਆਂ ਕਰਾਈਆਂ ਜਾਂਦੀਆਂ ਨੇ ਅਧਿਆਪਕ, ਸਿਆਣੇ ਅਧਿਆਪਕ ਵੱਲੋਂ। ਕਿ ਉਹ ਸ਼ਬਦ ਨਿਰਮਾਣ ਖੇਡਾਂ ਸ਼ਬਦਾਵਲੀ ਵਿਕਸਿਤ ਕਰਨ 'ਚ ਮਦਦ ਕਰਦੀਆਂ ਨੇ, ਜਾਂ ਬੱਚੇ ਨੂੰ ਉਚਾਰਨ ਸਿੱਖਣ 'ਚ ਮਦਦ ਕਰਦੀਆਂ ਨੇ, ਜਾਂ ਫਿਰ ਬੱਚੇ ਦਾ ਬੋਧ ਯਾਨੀ ਉਸਦਾ ਗਿਆਨ ਵਧਾਉਂਦੀਆਂ ਨੇ। ਕੇਵਲ ਪਹਿਲਾ ਸ਼ਬਦਾਵਲੀ ਵਿਕਸਿਤ ਕਰਦੀਆਂ ਨੇ, ਊੜਾ ਔਰ ਈੜੀ ਸ਼ਬਦਾਵਲੀ ਤੇ ਬੋਧ, ਜਾਂ ਫਿਰ ਊੜਾ ਔਰ ਐੜਾ ਯਾਨੀ ਸ਼ਬਦਾਵਲੀ ਵਿਕਸਿਤ ਕਰਦੀਆਂ ਸ਼ਬਦ ਨਿਰਮਾਣ ਖੇਡਾਂ, ਬਾਕੀ ਸ਼ਬਦ ਭੰਡਾਰ ਵਧਾਉਂਦੀਆਂ ਨੇ, ਔਰ ਉਚਾਰਨ ਵੀ ਸਿਖਾਉਂਦੇ ਨੇ ਵੀ ਇਸ ਸ਼ਬਦ ਦਾ ਪ੍ਰੋਨੰਸੀਏਸ਼ਨ, ਉਚਾਰਨ ਕਿਸ ਤਰ੍ਹਾਂ ਦਾ ਹੈ। ਇਸ ਤਰ੍ਹਾਂ ਅਸੀਂ ਦੇਖਿਆ ਵੀ ਇਸ ਜੋ ਟੌਪਿਕ ਸੀ ਸਾਡਾ ਤੀਜਾ, ਇਸ ਵਿੱਚ ਅਸੀਂ 20 ਪ੍ਰਸ਼ਨ ਕੀਤੇ ਔਰ ਅਸੀਂ ਬੋਲਣ ਸੁਣਨ ਦੀ ਭੂਮਿਕਾ, ਸੁਣਨ ਬੋਲਣ ਦੀ ਭੂਮਿਕਾ, ਭਾਸ਼ਾ ਦੇ ਕਾਰਜ ਬੱਚਿਆਂ ਵੱਲੋਂ ਇਸ ਦੀ ਸਾਧਨ ਰੂਪ ਵਿੱਚ ਵਰਤੋਂ। ਮੈਨੂੰ ਆਸ ਹੈ ਆਪ ਜੀ ਨੇ ਇਸ ਨੂੰ ਚੰਗੀ ਭਲੀ ਪ੍ਰਕਾਰ ਜਾਣ ਲਿਆ ਹੋਵੇਗਾ। ਇਸ ਦੀ ਹੋਰ ਪ੍ਰੈਕਟਿਸ ਕਰਨੀ ਹੈ ਤਾਂ ਜੋ ਇਮਤਿਹਾਨਾਂ ਵਿੱਚ ਆਪ ਜੀ ਵੱਧ ਤੋਂ ਵੱਧ ਨੰਬਰ ਲੈ ਕੇ ਮਾਂ ਬੋਲੀ ਦੀ ਸੇਵਾ ਕਰ ਸਕੋ। ਇਸ ਸਮੇਂ ਇਜਾਜ਼ਤ ਦਿਓ। ਸ਼ੁਭ ਕਾਮਨਾ ਸਮੇਤ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।